ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਹਫਤਾ ਸਾਰਾ ਸਮਾਂ ਸੰਭਾਲਿਆ, ਮਦਦ ਨਿਗਹਿਬਾਨੀ ਰਖਵਾਲੀ ਕੀਤੀ, ਹਰ ਗੱਲ ਦੇ ਵਿੱਚ ਸਹਾਇਤਾ ਕੀਤੀ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਹੁਣ ਪਰਮੇਸ਼ਰ ਦੇ ਵਚਨਾਂ ਨੂੰ ਸੁਣਨ ਦਾ ਸਮਾਂ ਆ ਗਿਆ। ਤੋ ਅੱਜ ਦਾ ਸਾਡਾ ਵਿਸ਼ਾ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਦੇ ਉੱਪਰ ਪੜ੍ਹ ਸਕਦੇ ਹੋ ਕਿ ਜਦੋਂ ਇੱਕ ਇਨਸਾਨ ਵਿਸ਼ਵਾਸ ਕਰਦਾ ਆ, ਜਦੋਂ ਇੱਕ ਇਨਸਾਨ ਜਾਂ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਸਾਡੇ ਅੰਦਰ ਵਿਸ਼ਵਾਸ ਕਰਨ ਦੇ ਨਾਲ ਕਿਹੜੇ ਕਿਹੜੇ ਗੁਣ ਆ ਜਾਂਦੇ ਨੇ। ਸਮਝ ਰਹੇ ਹੋ? ਅਸੀਂ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਕਰਨ ਦੇ ਨਾਲ ਸਾਡੇ ਅੰਦਰ ਕੀ ਤਬਦੀਲੀਆਂ ਹੋਈਆਂ ਜਾਂ ਕੀ ਗੁਣ ਆਏ। ਵਿਸ਼ਵਾਸ ਕਰਨ ਦੇ ਨਾਲ ਸਾਡੇ ਜੀਵਨ 'ਚ ਕੁਝ ਹੁੰਦਾ ਆ, ਕੁਝ ਗੁਣ ਆਉਂਦੇ ਨੇ, ਕੁਝ ਚੀਜ਼ਾਂ, ਕੁਝ ਬਦਲਾਟ ਹੁੰਦੀਆਂ ਨੇ ਸਾਡੇ ਜੀਵਨ ਦੇ ਵਿੱਚ। ਤਾਂ ਹੀ ਤੇ ਪਰਮੇਸ਼ਰ ਦਾ ਵਚਨ ਬਾਰ-ਬਾਰ ਕਹਿੰਦਾ ਵਿਸ਼ਵਾਸ ਕਰੋ। ਵਿਸ਼ਵਾਸ ਕਰਨ ਤੇ ਜ਼ੋਰ ਦਿੰਦਾ ਕਿ ਆਪਣਾ ਵਿਸ਼ਵਾਸ ਲੈ ਕੇ ਆਓ, ਆਪਣਾ ਈਮਾਨ ਲੈ ਕੇ ਆਓ, ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ। ਫਿਰ ਪਰਮੇਸ਼ਰ ਕਈ ਵਾਰ ਕਹਿੰਦਾ ਕਿ ਵਿਸ਼ਵਾਸ ਕਰਨਾ, ਤੇ ਵਿਸ਼ਵਾਸ ਕਿਉਂ ਕਰਨਾ? ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਕੁਝ ਗੁਣ ਆਉਂਦੇ ਨੇ ਜਾਂ ਕੁਝ ਤਬਦੀਲੀਆਂ ਆਉਂਦੀਆਂ ਨੇ। ਉਹਨਾਂ ਤਬਦੀਲੀਆਂ ਨੂੰ ਜਾਂ ਉਹਨਾਂ ਗੁਣਾਂ ਨੂੰ ਅੱਜ ਅਸੀਂ ਵੇਖਣ ਲਈ ਜਾ ਰਹੇ ਹਾਂ ਕਿ ਜਦੋਂ ਇੱਕ ਵਿਸ਼ਵਾਸੀ, ਸਾਡਾ ਨਾਮ ਅਸਲ 'ਚ ਕੀ ਆ? ਵਿਸ਼ਵਾਸੀ। ਕਲੀਸਿਆ ਨੂੰ ਦੂਸਰੇ ਨਾਮ ਨਾਲ ਜਾਣਿਆ ਜਾਂਦਾ, ਉਹ ਨਾਮ ਹੈ ਵਿਸ਼ਵਾਸੀ। ਵਿਸ਼ਵਾਸੀ ਕਹਿਣ ਦਾ ਮਤਲਬ ਉਹ ਲੋਕ ਜਿਹੜੇ ਮਸੀਹ ਤੇ ਕੀ ਕਰਦੇ ਨੇ? ਵਿਸ਼ਵਾਸ। ਤੇ ਜਦੋਂ ਤੁਸੀਂ ਮਸੀਹ ਤੇ ਵਿਸ਼ਵਾਸ ਕਰਦੇ ਹੋ ਤੇ ਤੁਹਾਡੇ ਜੀਵਨਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਆ। ਇਹ 6 ਤਬਦੀਲੀਆਂ ਨੇ ਜਾਂ 6 ਗੁਣ ਨੇ ਜਿਹੜੇ ਸਾਡੇ ਜੀਵਨਾਂ 'ਚ ਆਉਂਦੇ, ਜਿਨ੍ਹਾਂ ਨੂੰ ਅੱਜ ਅਸੀਂ ਵੇਖਣ ਲਈ ਜਾ ਰਹੇ ਹਾਂ ਕਿ ਇੱਕ ਵਿਸ਼ਵਾਸੀ ਜਦੋਂ ਵਿਸ਼ਵਾਸ ਕਰਦਾ ਆ ਤੇ ਉਹਦੇ ਜੀਵਨ 'ਚ ਕਿਹੜੇ ਕਿਹੜੇ ਗੁਣ ਆਉਂਦੇ ਨੇ। ਤਾਂ ਆਈਏ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜ਼ਬੂਰ 40 ਬਾਬ ਇਹਦਾ 2 ਵਚਨ ਪੜ੍ਹੀਏ। ਸਭ ਤੋਂ ਪਹਿਲਾਂ ਵਿਸ਼ਵਾਸ ਸਾਡੇ ਜੀਵਨ 'ਚ ਕੀ ਕੰਮ ਕਰਦਾ ਹੈ? ਉਸਨੇ ਮੈਨੂੰ ਭਿਆਨਕ ਟੋਏ ਵਿੱਚੋਂ, ਸਗੋਂ ਚਿੱਕੜ ਦੀ ਖੁੰਬਣ ਵਿੱਚੋਂ ਕੱਢ ਲਿਆਇਆ। ਕਹਿੰਦਾ ਉਹ ਮੈਨੂੰ ਭਿਆਨਕ ਟੋਏ ਵਿੱਚੋਂ, ਸਗੋਂ ਚਿੱਕੜ ਦੀ ਖੁੰਬਣ ਵਿੱਚੋਂ ਕੀ ਕਰ ਲਿਆਇਆ? ਕੱਢ ਲਿਆਇਆ। ਹਾਂ। ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ। ਔਰ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਕੀ ਕੀਤਾ ਆ? ਦ੍ਰਿੜ ਕੀਤਾ ਆ। ਹਾਲੇਲੂਇਆ। ਹਾਲੇਲੂਇਆ। ਤਾਂ ਪਰਮੇਸ਼ਰ ਦਾ ਵਚਨ ਤਾਂ ਹੀ ਤੇ ਵਿਸ਼ਵਾਸ ਤੇ ਜ਼ੋਰ ਦਿੰਦਾ ਆ ਕਿ ਵਿਸ਼ਵਾਸ ਲਿਆਓ, ਵਿਸ਼ਵਾਸ ਕਰੋ, ਆਪਣੇ ਵਿਸ਼ਵਾਸ ਨੂੰ ਪੱਕਿਆਂ ਕਰੋ, ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ। ਕਿਉਂ? ਕਿਉਂਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੇ ਜੀਵਨ 'ਚ ਇਹ ਕੰਮ ਹੁੰਦਾ ਜਿਹੜਾ ਅਸੀਂ ਪੜ੍ਹ ਰਹੇ ਹਾਂ ਜ਼ਬੂਰ 40 ਬਾਬ ਦੀ 2 ਐਤ। ਪੜ੍ਹੀਏ ਜਰਾ ਦੁਬਾਰਾ, ਗੌਰ ਦੇ ਨਾਲ ਸੁਣੀਏ ਸਭ। ਉਸਨੇ ਮੈਨੂੰ ਭਿਆਨਕ ਟੋਏ ਵਿੱਚੋਂ, ਕਿੰਨੇ? ਜਦੋਂ ਮੈਂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਤੇ ਯਿਸੂ ਮਸੀਹ ਨੇ ਫਿਰ ਮੈਨੂੰ ਭਿਆਨਕ ਟੋਏ ਵਿੱਚੋਂ ਜਾਂ ਦਲਦਲ ਦੇ ਉਸ ਟੋਏ ਦੇ ਵਿੱਚੋਂ, ਹਾਂ, ਸਗੋਂ ਚਿੱਕੜ ਦੀ ਖੁੰਬਣ ਵਿੱਚੋਂ, ਸਗੋਂ ਮੈਂ ਚਿੱਕੜ 'ਚ ਕੀ ਸੀ? ਟੋਏ 'ਚ ਵੜਿਆ ਨਹੀਂ, ਚਿੱਕੜ 'ਚ ਕੀ ਸੀ? ਖੁੱਬਿਆ ਹੋਇਆ ਸੀ। ਤੇ ਜਦੋਂ ਮੈਂ ਯਿਸੂ ਮਸੀਹ ਤੇ ਵਿਸ਼ਵਾਸ ਲੈ ਕੇ ਆਇਆ, ਹਾਂ, ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਉਹਨੇ ਮੇਰੇ ਪੈਰਾਂ ਨੂੰ ਚਿੱਕੜ 'ਚੋਂ ਕੱਢਿਆ ਤੇ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ। ਮੇਰੀਆਂ ਚਾਲਾਂ ਨੂੰ ਕੀ ਕੀਤਾ ਆ? ਨੰਬਰ 1, ਵਿਸ਼ਵਾਸ ਤੁਹਾਡੇ ਪੈਰਾਂ ਨੂੰ ਦ੍ਰਿੜ ਕਰਦਾ ਆ। ਜਦੋਂ ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਲੈ ਕੇ ਆਉਂਦੇ ਹੋ ਨਾ, ਤੁਹਾਡੀ ਚਾਲ ਦ੍ਰਿੜ ਹੋ ਜਾਂਦੀ ਆ, ਤੁਹਾਡੀ ਚਾਲ ਪੱਕੀ ਹੋ ਜਾਂਦੀ ਆ। ਵਿਸ਼ਵਾਸ ਤੁਹਾਨੂੰ ਦਲਦਲ ਦੀ ਉਸ ਖੁਬਨ 'ਚੋਂ, ਉਹ ਜਿਹੜੀ ਦਲਦਲ 'ਚ ਸੀ ਤੁਸੀਂ, ਉਸ ਦਲਦਲ ਦਾ, ਤੁਸੀਂ ਜਾਣਦੇ ਦਲਦਲ ਦੀ ਖੂਬੀ ਕੀ ਆ? ਦਲਦਲ ਬੰਦੇ ਨੂੰ ਦਿਨ ਬ ਦਿਨ ਕੀ ਕਰਦੀ ਆ? ਆਪਣੇ ਵੱਲ ਖਿੱਚਦੀ ਜਾਂਦੀ ਹੈ। ਜਿੰਨਾ ਹਿੱਲੇਗਾ ਨਾ ਦਲਦਲ 'ਚ, ਤੁਸੀਂ ਜਿੰਨਾ ਹੱਥ ਪੈਰ ਮਾਰੋਗੇ ਤੁਸੀਂ ਉਹਨਾਂ ਕੀ ਕਰੋਗੇ? ਅੰਦਰ ਜਾਓਗੇ। ਤੇ ਦਲਦਲ 'ਚੋਂ ਬਿਨਾਂ ਕਿਸੇ ਮਦਦ ਦੇ ਨਿਕਲਿਆ ਨਹੀਂ ਜਾ ਸਕਦਾ। ਧੰਨਵਾਦ ਹੈ ਪ੍ਰਭੂ ਯਿਸੂ ਮਸੀਹ ਦਾ। ਵਚਨ ਕਹਿੰਦਾ ਜਦੋਂ ਅਸੀਂ ਅਪਰਾਧੀ ਹੀ ਸਾਂ, ਜਦੋਂ ਅਸੀਂ ਪਾਪੀ ਹੀ ਸਾਂ, ਯਿਸੂ ਮਸੀਹ ਵੇਲੇ ਸਿਰ ਸਾਡੇ ਲਈ ਕੀ ਹੋਇਆ? ਮੋਇਆ। ਜਦੋਂ ਅਸੀਂ ਉਸ ਪਾਪ ਦੀ ਦਲਦਲ 'ਚ ਵੜ ਰਹੇ ਸੀ, ਪਾਪ ਦੀ ਦਲਦਲ 'ਚ ਧੱਸ ਰਹੇ ਸੀ,
ਵੇਲੇ ਸਿਰ ਆ ਗਿਆ ਯਿਸੂ ਮਸੀਹ, ਵੇਲੇ ਸਿਰ ਆ ਕੇ ਸਾਨੂੰ ਉਸ ਪਾਪ ਦੀ ਦਲਦਲ ਚੋਂ ਕੱਢ ਕੇ ਪੱਥਰ ਉੱਤੇ ਖੜਾ ਕਰਤਾ, ਜਾਂ ਚਟਾਨ ਦੇ ਉੱਤੇ ਖੜਾ ਕਰ ਦਿੱਤਾ ਆ। ਜਦੋਂ ਅਸੀਂ ਚਟਾਨ ਦੇ ਬਾਰੇ ਵੇਖੀਏ, ਇਹ ਪੱਥਰ ਕੀ ਆ, ਤਾਂ ਲਿਖਿਆ ਇੱਕ ਪੱਥਰ ਇਸਰਾਏਲੀਆਂ ਦੇ ਨਾਲ ਨਾਲ ਚੱਲਦਾ ਸੀ। ਲੋੜ ਪੈਣ ਤੇ ਇੱਕ ਦਿਨ ਯਾਕੂਬ ਦੇ ਸਾਹਮਣੇ ਸਭ ਤੋਂ ਪਹਿਲਾਂ ਪੱਥਰ ਆਇਆ ਆ। ਯਾਕੂਬ ਨੂੰ ਜਦੋਂ ਰਾਤ ਨੂੰ ਹਨੇਰਾ ਹੋ ਗਿਆ, ਲਿਖਿਆ ਉਹ ਪੱਥਰ ਦਾ ਸਰਾਣਾ ਲੈ ਕੇ ਕੀ ਕਰ ਗਿਆ। ਜਦੋਂ ਪੱਥਰ ਦਾ ਸਰਾਣੇ ਤੇ ਸੌਂ ਰਿਹਾ ਆ, ਉਹਨੂੰ ਸਵਰਗ ਦਾ ਦਰਸ਼ਨ ਹੋ ਰਿਹਾ। ਕੀ ਦੇਖ ਰਿਹਾ? ਸਵਰਗਦੂਤ ਕੀ ਕਰ ਰਹੇ ਨੇ, ਉਸ ਪੌੜੀ ਤੋਂ ਚੜ ਰਹੇ ਨੇ। ਫਿਰ ਉਹ ਪੱਥਰ ਜਦੋਂ ਇਸਰਾਏਲੀ ਕੌਮ ਮਿਸਰ ਨੂੰ ਛੱਡ ਕੇ ਜਾ ਰਹੀ ਆ, ਪਾਣੀ ਦੀ ਕਮੀ ਦੇ ਸਮੇਂ ਸਾਹਮਣੇ ਆਇਆ। ਪਾਣੀ ਦੀ ਕਮੀ ਹੋ ਗਈ। ਇਸਰਾਏਲੀ ਕੌਮ ਮੂਸਾ ਦੇ ਅੱਗੇ ਜਾ ਕੇ ਵਿਆਕੁਲ ਹੋ ਕੇ ਮੂਸਾ ਤੇ ਗੁੱਸਾ ਆ ਰਹੀ ਹੈ ਕਿ ਪਾਣੀ ਦੀ ਕਮੀ ਹੋ ਗਈ ਆ। ਪਰਮੇਸ਼ਰ ਨੇ ਮੂਸਾ ਨੂੰ ਕਿਹਾ, ਤੂੰ ਕਿਉਂ ਡਰਦਾ? ਉਸ ਚਟਾਨ ਨੂੰ ਕਹਿ ਕਿ ਕੀ ਦੇ ਤੁਹਾਨੂੰ, ਪਾਣੀ ਦੇ। ਉਸ ਚਟਾਨ ਨੇ ਉਸ ਸਮੇਂ ਕੀ ਪਿਲਾਇਆ? ਉਹਨਾਂ ਨੂੰ ਪਾਣੀ ਪਿਲਾਇਆ। ਫਿਰ ਗਾਥੀ ਗੋਲੀਅਤ ਦੇ ਸਮੇਂ, ਗਾਥੀ ਗੋਲੀਅਤ ਸਮੇਂ ਕੀ ਹੋ ਗਿਆ? ਸਾਰੀ ਇਸਰਾਏਲੀ ਕੌਮ ਸਾਹਮਣੇ ਆ ਤੇ ਫਿਲਿਸਤੀ ਕੌਮ ਵੀ ਸਾਹਮਣੇ ਆ। ਗਾਥੀ ਗੋਲੀਅਤ ਹਰ ਰੋਜ਼ ਨਿਕਲਦਾ, ਪਰ ਯਹੂਦੀਆਂ ਦੇ ਵਿੱਚ, ਇਸਰਾਏਲੀਆਂ ਦੇ ਵਿੱਚ ਉਹਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਆ। ਦਾਊਦ ਆਇਆ, ਦਾਊਦ ਨੇ ਇੱਕ ਪੱਥਰ ਚੁੱਕਿਆ, ਉਸ ਪੱਥਰ ਦੇ ਨਾਲ ਉਹਨੂੰ ਕੀ ਕਰ ਦਿੱਤਾ। ਫਿਰ ਇੱਕ ਦਿਨ ਨਬੂਕਦਨਸਰ ਨੂੰ ਸੁਪਨਾ ਆ ਰਿਹਾ। ਉਹ ਕੀ ਵੇਖਦਾ ਕਿ ਇੱਕ ਬੜੀ ਵਿਸ਼ਾਲ ਮੂਰਤ ਆ, ਜਿਹਦਾ ਸਿਰ ਸੋਨੇ ਦਾ, ਚੋਖੇ ਸੋਨੇ ਦਾ, ਬਾਹਾਂ ਤੇ ਛਾਤੀ ਚਾਂਦੀ ਦੀਆਂ, ਔਰ ਢਿੱਡ ਔਰ ਪੱਟ ਪਿੱਤਲ ਦੇ, ਲੱਤਾਂ ਲੋਹੇ ਦੀਆਂ ਤੇ ਪੈਰ ਕੁਝ ਮਿੱਟੀ ਦੇ ਤੇ ਕੁਝ ਲੋਹੇ ਦੇ। ਲਿਖਿਆ ਇੱਕ ਪੱਥਰ ਆਇਆ। ਉਹ ਪੱਥਰ ਆ ਕੇ ਜਦੋਂ ਉਸ ਮੂਰਤ ਦੇ ਪੈਰਾਂ ਤੇ ਵੱਜਾ ਆ, ਮੂਰਤ ਚਕਨਾਚੂਰ ਹੋ ਗਈ ਤੇ ਕਿਤੇ ਦਿਖੀ ਨਹੀਂ। ਫਿਰ ਉਹ ਪੱਥਰ ਜਿਹੜਾ ਛੋਟਾ ਜਿਹਾ ਸੀ, ਉਹ ਵੱਧਦਾ ਗਿਆ, ਵੱਧਦਾ ਗਿਆ, ਇੰਨਾ ਜ਼ਿਆਦਾ ਵੱਧਦਾ ਗਿਆ ਕਿ ਸਾਰੀ ਧਰਤੀ ਨੂੰ ਉਹਨੇ ਕੀ ਕਰ ਲਿਆ। ਫਿਰ ਨਵੇਂ ਨਿਯਮ 'ਚ ਪੱਤਰੀਆਂ ਜਾ ਕੇ ਪਲੂਸ ਕਹਿੰਦਾ, ਉਹ ਪੱਥਰ ਕੋਈ ਹੋਰ ਨਹੀਂ, ਉਹ ਪੱਥਰ ਪ੍ਰਭੂ ਯੀਸ਼ੂ ਮਸੀਹ ਸੀ। ਦਲਦਲ ਚੋਂ ਕੱਢ ਕੇ ਸਾਨੂੰ ਕਿੱਥੇ ਲੈ ਆਇਆ? ਚਟਾਨ ਤੇ। ਚਟਾਨ ਮਤਲਬ ਹੁਣ ਤੁਸੀਂ ਤਿਲਕੋਗੇ ਨਹੀਂ, ਹੁਣ ਤੁਸੀਂ ਡਿੱਗੋਗੇ ਨਹੀਂ, ਹੁਣ ਤੁਸੀਂ ਬਾਰ-ਬਾਰ ਮਾਯੂਸ ਹੋ ਕੇ ਡਿੱਗੋਗੇ ਨਹੀਂ, ਬਲਕਿ ਦ੍ਰਿੜ ਹੋ ਕੇ ਖੜੇ ਰਹੋਗੇ। तो विश्वास लियाना क्यों जरूरी आ? क्योंकि विश्वास साडे पैरां नूं की करदा आ? दृढ़ करदा। जिहड़ा विश्वास करदा उहदे पैर पक्के ने। जिहड़ा विश्वास करदा वो चट्टान ते खड़ा आ, उहनूं कोई आंधी कोई तूफान की नहीं कर सकदा। एक उदाहरण होर दित्ती सी प्रभु यीशु मसीह ने, कहंदा मूर्ख ने अपना घर रेत ते बनाया ते बुद्धवान ने कित्थे बनाया। ते आंधी तूफान आए, जिस तरह साडे जीवन च मुश्किलां परेशानियां आउंदियां ने, उस तरह उन्हां दे जीवन च भी आईयां। पर रेत वाला घर की हो गया, पर जिहड़ा घर चट्टान ते सी उहदा कुछ भी नुकसान, ये विश्वास ही है जिहड़ा तुहानूं उस चट्टान ते खड़ा करेगा। अज जेकर तुसीं परमेश्वर ते विश्वास करदे हो, अपना विश्वास लैके आउंदे हो, तुहाडा विश्वास पक्का मजबूत आ, तुसीं चट्टान ते खड़े हो, तुसीं कदे भी डोलोगे नहीं। हालेलुया। तो विश्वास लियाउण दा पहला गुण की आ? साडे पैर की हो जांदे ने? दृढ़ हो जांदे ने। साडे पैर की हो जांदे ने? मजबूत। विश्वास साडे पैरां नूं की करदा आ? मजबूत करदा। अगे वधदे हां जी। नंबर 2, इब्रानियां 12 बाब उहदा 2 वचन। इब्रानियां 12 बाब 2 वचन पढ़िए। ਅਤੇ ਯੀਸ਼ੂ ਦੀ ਵੱਲ ਤੱਕਦੇ ਰਹੀਏ, ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਹਾਂ, ਜਿਨੇ ਉਸ ਆਨੰਦ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ, ਲਾਜ਼ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ। ਹੁਣ ਤੇ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਕਹਿੰਦਾ ਯੀਸ਼ੂ ਮਸੀਹ ਦੇ ਵੱਲ ਕੀ ਕਰਦੇ ਰਹੀਏ। ਤੱਕਿਆ ਨਹੀਂ ਜਾਂਦਾ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਇਸ ਧਰਤੀ ਤੇ ਮਨ ਨਾ ਲਾਓ, किधर वेखो, इस संसारिक चीज़ां ते ध्यान ना रखो, किधर ते ध्यान रखो? प्रभु यीशु मसीह ते। पर इस प्रभु यीशु मसीह ते विश्वास रखण योग सानू बनाएगी किहड़ी चीज़? जद तक साडा उहदे ते विश्वास नहीं होएगा तद तक असीं उहदे वल की नहीं करांगे, तकांगे भी नहीं। असीं किधर ज़्यादा तकदे हां? कित्थे कित्थे साडा ध्यान हुंदा? जिधर साडा विश्वास हुंदा।
है ना। एक छोटी जी उदाहरण दी परमेश्वर के वचन च लिखा, जिथे तेरा धन होएगा उत्थे की होएगा। इस तरह जिथे साडा विश्वास होएगा ना, उधर असीं तकदे भी रवांगे। लोड़ पैण ते जदों भी तुहाडे आम जीवन दे विच ਜਦੋਂ ਵੀ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਆ ਜਾਂ ਜਦੋਂ ਵੀ ਕੁਝ ਤੁਹਾਨੂੰ ਲੋੜ ਪੈਂਦੀ ਆ, ਤੁਸੀਂ ਉਸ ਇਨਸਾਨ ਵੱਲ ਹੀ ਤੱਕਦੇ ਹੋ, ਉਸ ਇਨਸਾਨ ਨੂੰ ਹੀ ਕਾਲ ਕਰਦੇ ਹੋ ਜਾਂ ਉਸ ਇਨਸਾਨ ਦੇ ਨਾਲ ਹੀ ਗੱਲ ਕਰਦੇ ਹੋ ਜਿੱਥੋਂ ਤੁਹਾਨੂੰ ਕੁਝ ਕੀ ਆ, ਆਸ ਆ ਤੇ ਵਿਸ਼ਵਾਸ ਆ ਕਿ ਇਹ ਮੇਰੀ ਆਸ ਕੀ ਹੋਵੇਗੀ, ਪੂਰੀ ਹੋਵੇਗੀ। ਇਸੇ ਤਰ੍ਹਾਂ ਕਹਿੰਦਾ ਇਹ ਕੰਮ ਕਿਸ ਤਰ੍ਹਾਂ ਹੋਏਗਾ, ਕਿ ਕਿਸ ਤਰ੍ਹਾਂ ਤੁਸੀਂ ਇਸ ਯੋਗ ਬਣੋਗੇ ਕਿ ਤੁਸੀਂ ਹਰ ਵੇਲੇ ਯਿਸੂ ਮਸੀਹ ਵੱਲ ਕੀ ਕਰਦੇ ਰਹੋ। ਉਹ ਜ਼ਬੂਰ ਗਾਉਂਦੇ ਨਾ, ਅੱਖੀਆਂ ਚੁੱਕਦਾ ਹਾਂ ਮੈਂ ਵੱਲ ਮਦਦ ਲਈ ਮੈਂ, ਕਿ ਮਦਦ ਲਈ ਮੈਂ ਕਿਹਨੂੰ ਪੁਕਾਰਨਾ ਆ। ਜਦੋਂ ਮੈਨੂੰ ਲੋੜ ਪਏ ਉਦੋਂ ਮੈਂ ਕਿੱਧਰ ਵੇਖਣਾ, ਜਿੱਧਰ ਪਹਾੜ ਨੇ। ਪਹਾੜ ਕਹਿਣ ਤੋਂ ਮਤਲਬ ਸਿਓਨ ਪਹਾੜ ਉਸ ਸਮੇਂ ਦੇ। ਅੱਜ ਦਾ ਸਾਡਾ ਤੱਕਣਾ ਕੀ ਆ, ਸਵਰਗ, ਯਿਸੂ ਮਸੀਹ ਦਾ ਨਿਵਾਸ ਸਥਾਨ। ਕਿੱਧਰ ਦੇਖਣਾ ਸੀ ਹਰ ਮੁਸ਼ਕਲ 'ਚ, ਹਰ ਪਰੇਸ਼ਾਨੀ 'ਚ ਕਿੱਧਰ ਤੱਕਣਾ, ਕਿਸੇ ਇਨਸਾਨ ਵੱਲ ਨਹੀਂ, ਕਿਸੇ ਇਨਸਾਨ ਦੇ ਵੱਲ ਨਹੀਂ, ਪ੍ਰਭੂ ਯਿਸੂ ਮਸੀਹ ਵੱਲ, ਜਿਹੜਾ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ। ਪੜ੍ਹੀਏ ਦੁਬਾਰਾ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ, ਹਾਂ, ਜਿਹੜਾ ਨੇਚਾ ਦਾ ਕਰਤਾ ਹਾਂ ਅਤੇ ਸੰਪੂਰਨ ਕਰਨ ਵਾਲਾ ਹੈ। ਕਹਿੰਦਾ ਯਿਸੂ ਮਸੀਹ ਦੇ ਵੱਲ ਤੱਕਦੇ ਰਹੀਏ, ਜਿਹੜਾ ਨੇਚਾ ਦਾ ਕਰਤਾ ਆ ਔਰ ਕੀ ਆ, ਸੰਪੂਰਨ ਕਰਨ ਵਾਲਾ। ਇਹ ਤੁਹਾਨੂੰ ਇਹ ਵਿਸ਼ਵਾਸ ਹੀ, ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ, ਇਹ ਵਿਸ਼ਵਾਸ ਹੀ ਤੁਹਾਨੂੰ ਯਿਸੂ ਮਸੀਹ ਦੇ ਵੱਲ ਤੱਕਣ ਦੇ ਲਈ ਕੀ ਕਰਦਾ ਆ, ਬਲ ਦਿੰਦਾ ਆ। ਇਹ ਵਿਸ਼ਵਾਸ ਦੇ ਦੁਆਰਾ ਹੀ ਤੁਸੀਂ ਯਿਸੂ ਮਸੀਹ ਨੂੰ ਕੀ ਕਰ ਸਕਦੇ ਹੋ। ਨਹੀਂ ਤੇ ਵਚਨ ਕਹਿੰਦਾ ਇਸ ਯੁੱਗ ਦੇ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਾਂ ਦੀਆਂ ਅੱਖਾਂ ਨੂੰ ਕੀ ਕਰ ਦਿੱਤਾ ਆ, ਕਿ ਉਹ ਵੇਖਦੇ ਹੋਏ ਵੀ ਨਾ ਵੇਖਣ ਤੇ ਸੁਣਦੇ ਹੋਏ ਵੀ ਕੀ ਨਾ ਕਰਨ। ਤੋ ਪ੍ਰਕਾਸ਼ ਦੀ ਪੋਥੀ ਕਹਿੰਦਾ, ਜੇਕਰ ਤੈਨੂੰ ਨਹੀਂ ਦਿਖਾਈ ਦਿੰਦਾ ਤੇ ਤੂੰ ਮੇਰੇ ਕੋਲ ਕੀ ਲੈ ਲਾ, ਤਾਂ ਜੋ ਤੂੰ ਕੀ ਹੋ ਜਾਵੇਂ। ਇਹ ਵਿਸ਼ਵਾਸ ਸਾਨੂੰ ਸਜਾਖਾ ਕਰਦਾ ਆ। ਇਹ ਵਿਸ਼ਵਾਸ ਸਾਡੇ ਅੱਖਾਂ ਦੇ ਅੱਗੋਂ ਇਸ ਨਾਫਰਮਾਨੀ ਦੀ ਜਾਂ ਬੇਪ੍ਰਤੀਤੀ ਦੀਆਂ ਪੱਟੀਆਂ ਨੂੰ ਹਟਾਉਂਦਾ ਆ ਤੇ ਯਿਸੂ ਮਸੀਹ ਨੂੰ ਤੱਕਣ ਯੋਗ ਕੀ ਕਰਦਾ ਆ, ਬਣਾਉਂਦਾ। ਜੇਕਰ ਤੁਸੀਂ ਯਿਸੂ ਮਸੀਹ ਵੱਲ ਵੇਖਣਾ ਚਾਹੁੰਦੇ ਹੋ, ਜੇਕਰ ਯਿਸੂ ਮਸੀਹ ਦੇ ਹਰ ਮੁਸ਼ਕਲ, ਹਰ ਮੁਸੀਬਤ 'ਚ ਤੁਹਾਡਾ ਸਹਾਰਾ ਯਿਸੂ ਬਣੇ, ਤੇ ਤੁਹਾਨੂੰ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਪੈਣਾ ਆ। ਇਹ ਵਿਸ਼ਵਾਸ ਤੁਹਾਨੂੰ ਤੁਹਾਡੇ ਸਭ ਤੋਂ ਪਹਿਲਾਂ ਪੈਰਾਂ ਨੂੰ ਦ੍ਰਿੜ ਕਰਦਾ। ਦੂਸਰਾ ਨੰਬਰ, ਇਹ ਵਿਸ਼ਵਾਸ ਤੁਹਾਨੂੰ ਯਿਸੂ ਮਸੀਹ ਦੀ ਵੱਲ ਤੱਕਦੇ ਰਹਿਣ ਦੀ ਕੀ ਦਿੰਦਾ ਆ, ਬਲ ਔਰ ਸ਼ਕਤੀ ਦਿੰਦਾ ਆ। ਤਾਂ ਹੀ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਵਿਸ਼ਵਾਸ ਕਰ। ਤੇਰਾ ਵਿਸ਼ਵਾਸ ਕੀ ਕਰੇਗਾ, ਤੇਰੇ ਲਈ ਸਾਰੇ ਕੰਮ ਕਰੇਗਾ। ਤੇਰਾ ਵਿਸ਼ਵਾਸ ਤੈਨੂੰ ਚੰਗਿਆਂ ਕਰੇਗਾ। ਤੇਰਾ ਵਿਸ਼ਵਾਸ ਤੈਨੂੰ ਸਭ ਕੁਝ ਮੁਹੱਈਆ ਕਰਵਾਏਗਾ। ਹਾਲੇਲੂਇਆ, ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ, ਨੰਬਰ 3, ਯੋਹਨਾ ਦੀ ਇੰਜੀਲ 10 ਬਾਬ ਉਹਦਾ 27 ਵਚਨ। ਯੋਹਨਾ ਦੀ ਇੰਜੀਲ 10 ਬਾਬ 27 ਵਚਨ ਪੜ੍ਹੀਏ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ, ਹਾਂ, ਅਰ ਮੈਂ ਉਹਨਾਂ ਨੂੰ ਸਿਆਣਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਹਾਂ, ਹੁਣ ਇੱਥੇ ਤੀਸਰੀ ਗੱਲ ਆ, ਪਰਮੇਸ਼ਰ ਦਾ ਵਚਨ ਕਹਿੰਦਾ ਮੇਰੀਆਂ ਭੇਡਾਂ ਮੇਰੀ ਕੀ ਕਰਦੀਆਂ ਨੇ, ਆਵਾਜ਼ ਸੁਣਦੀਆਂ ਹਨ। ਆਵਾਜ਼ ਸੁਣਨ ਦਾ ਮਤਲਬ ਵਿਸ਼ਵਾਸ ਸਾਨੂੰ ਸੁਣਨ ਵਾਲੇ ਕੰਨ ਦਿੰਦਾ ਆ। ਜਦ ਤੱਕ ਅਸੀਂ ਵਿਸ਼ਵਾਸ ਨਹੀਂ ਨਾ ਕਰਦੇ, ਤਦ ਤੱਕ ਅਸੀਂ ਪਰਮੇਸ਼ਰ ਦੀ ਆਵਾਜ਼ ਵੀ ਸੁਣ ਨਹੀਂ ਸਕਦੇ। ਸੁਣਦੇ ਰਹੇ ਹੋਵਾਂਗੇ ਵਚਨ ਦਾ, ਅਸੀਂ ਸੁਣ ਰਹੇ ਹੋਵਾਂਗੇ, ਪਰ ਉਹਦੀ ਸਮਝ ਨਹੀਂ ਲੱਗੇਗੀ ਵਚਨ ਦੀ, ਕਿਉਂਕਿ ਸਾਨੂੰ ਪਰਮੇਸ਼ਰ ਤੇ ਕੀ ਨਹੀਂ ਆ, ਵਿਸ਼ਵਾਸ ਨਹੀਂ ਆ। ਵਿਸ਼ਵਾਸ ਨਾਲ ਸੁਣਿਆ ਵਚਨ ਤੁਹਾਨੂੰ ਸਮਝ ਆਏਗਾ, ਤੇ ਜਦੋਂ ਤੁਹਾਨੂੰ ਇਹ ਸਮਝ ਆਏਗਾ ਤੇ ਤੁਸੀਂ ਇਸ ਵਚਨਾਂ ਤੇ ਚੱਲੋਗੇ। ਤੇ ਨਿਰੇ ਤੁਸੀਂ ਸੁਣਨ ਵਾਲੇ ਹੋ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਨਹੀਂ, ਬਲਕਿ ਉਹਦੇ ਤੇ ਚੱਲਣ ਵਾਲੇ ਕੀ ਕਰੋਗੇ, ਬਣੋਗੇ। ਤੇ ਜਦੋਂ ਤੁਸੀਂ ਚੱਲਣ ਵਾਲੇ ਬਣਦੇ ਹੋ, ਤੁਸੀਂ ਆਪਣੇ ਸ੍ਰਿਸ਼ਟੀਕਰਤਾ ਪ੍ਰਭੂ ਯਿਸੂ ਮਸੀਹ ਨੂੰ ਖੁਸ਼ ਕਰਦੇ ਹੋ। ਹਾਲੇਲੂਇਆ, ਹਾਲੇਲੂਇਆ। ਵਿਸ਼ਵਾਸ ਕੀ ਕਰਦਾ ਹੈ? ਸਭ ਤੋਂ ਪਹਿਲਾਂ ਸਾਡੇ ਪੈਰਾਂ ਨੂੰ ਕੀ ਕਰਦਾ ਹੈ? ਦੂਸਰਾ, ਸਾਨੂੰ ਯਿਸੂ ਮਸੀਹ ਦੇ ਵੱਲ ਤੱਕਦੇ ਰਹਿਣ ਦੀ ਕੀ ਦਿੰਦਾ ਹੈ? ਤਾਕਤ ਦਿੰਦਾ। ਤੀਸਰਾ, ਸਾਡੇ ਕੰਨ ਕੀ ਕਰਦਾ ਆ? ਖੋਲਦਾ। ਹੁਣ ਇਨਸਾਨ ਦੇ ਜੀਵਨ ਦੇ ਵਿੱਚ ਕਈ ਵਾਰ ਲੋਕ ਕਹਿੰਦੇ ਨੇ, ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਪਰਮੇਸ਼ਰ ਦੀ ਆਵਾਜ਼ ਕਿਹੜੀ ਆ ਜਾਂ ਪਰਮੇਸ਼ਰ ਦੀ ਆਵਾਜ਼ ਕੀ ਆ? ਤਾਂ ਵਚਨ ਸਿੱਧਾ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਕੀ ਕਰਦੀਆਂ ਨੇ? ਸੁਣਦੀਆਂ ਹਨ। ਹਿੰਦੀ 'ਚ ਕੀ ਲਿਖਿਆ? ਪੜ੍ਹੋ ਜਰਾ। ਯੋਹਨਾ ਦੀ ਇੰਜੀਲ 10 ਬਾਬ 27 वचन। मेरी भेड़ें मेरा सब शब्द सुनती है, हाँ। मैं उन्हें
पहचानता हूँ और वह मेरे पीछे पीछे चलती है। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਕੀ ਕਰਦੀਆਂ ਨੇ? ਸੁਣਦੀਆਂ ਨੇ ਤੇ ਪਹਿਚਾਨਦੀਆਂ ਨੇ। ਹੁਣ ਤੁਹਾਡੇ ਜੀਵਨ 'ਚ ਜੇਕਰ ਇੱਕ ਕਨਫਿਊਜ਼ਨ ਹੈ ਨਾ ਕਿ ਤੁਹਾਨੂੰ ਪਰਮੇਸ਼ਰ ਦੀ ਆਵਾਜ਼ ਸਮਝ ਨਹੀਂ ਲੱਗਦੀ। ਕਈ ਵਾਰ ਇਨਸਾਨ ਦੇ ਜੀਵਨ 'ਚ ਤਿੰਨ ਆਵਾਜ਼ਾਂ ਕੰਮ ਕਰਦੀਆਂ ਨੇ। ਇੱਕ ਆਵਾਜ਼ ਆ ਉਹਦੀ ਆਪਣੇ ਮਨ ਦੀ, ਦੂਸਰੀ ਆਵਾਜ਼ ਆ ਸ਼ੈਤਾਨ ਦੀ, ਤੀਸਰੀ ਆਵਾਜ਼ ਆ ਪਰਮੇਸ਼ਰ ਦੀ। ਇਹ ਨਹੀਂ ਸੋਚਣਾ ਕਿ ਮੈਂ ਪਹਿਲੀ ਮਨ ਦੀ ਕਹਿਤੀ, ਦੂਸਰੀ ਸ਼ੈਤਾਨ ਦੀ ਕਹਿਤੀ, ਤੀਸਰੀ ਪਰਮੇਸ਼ਰ ਦੀ, ਕਿ ਤੁਸੀਂ ਤੀਸਰੇ ਨੰਬਰ ਤੇ ਜਿਹੜੀ ਤੁਹਾਨੂੰ ਆਵਾਜ਼ ਆਏ ਉਹ ਤੁਸੀਂ ਕਹੋ। ਇਹ ਸਿਰਫ ਸਮਝਾਉਣ ਦੇ ਲਈ। ਪਹਿਲੀ ਸ਼ੈਤਾਨ ਦੀ ਵੀ ਹੋ ਸਕਦੀ, ਦੂਸਰੀ ਪਰਮੇਸ਼ਰ ਦੀ ਹੋ ਸਕਦੀ, ਤੀਸਰੀ ਤੁਹਾਡੀ ਹੋ ਸਕਦੀ ਹੈ। ਇਹਨਾਂ ਕਈ ਲੋਕ ਕਹਿੰਦੇ ਨੇ, ਧਿਆਨ ਨਾਲ ਸੁਣਾ, ਕਈਆਂ ਨੇ ਮੈਨੂੰ ਕਿਹਾ ਕਿ ਮੇਰੇ ਮਨ 'ਚ ਜਿਹੜੀ ਤੀਸਰੀ ਗੱਲ ਆਉਂਦੀ ਆ ਨਾ, ਮੈਂ ਉਹਦੇ ਤੇ ਯਕੀਨ ਕਰਦਾ। ਹੋ ਸਕਦਾ ਤੀਸਰੀ ਕਿਹਦੀ ਗੱਲ ਹੋਵੇ? ਪਰਮੇਸ਼ਰ ਦੀ। ਪਰ ਇਹਨਾਂ ਟੇਵਿਆਂ ਦੇ ਨਾਲ, ਟੋਟਕਿਆਂ ਦੇ ਨਾਲ ਪਰਮੇਸ਼ਰ ਦੀ ਗੱਲ ਨਹੀਂ ਪਹਿਚਾਣੀ ਜਾਂਦੀ। ਜਿਹੜਾ ਵਿਸ਼ਵਾਸ ਕਰਦਾ ਆ ਉਹ ਪਰਮੇਸ਼ਰ ਦੀ ਗੱਲ ਨੂੰ ਕੀ ਕਰੇਗਾ? ਪਹਿਚਾਣੇਗਾ। ਇਹਨਾਂ ਤਿੰਨਾਂ ਚੀਜ਼ਾਂ 'ਚ ਫਰਕ ਕਰਨਾ ਨਾ ਤੇ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਈਏ। ਉਹਦੀ ਆਵਾਜ਼ ਨੂੰ ਬਾਰ-ਬਾਰ ਸੁਣਨ ਦੇ ਅਭਿਅਸਤ ਹੋ ਜਾਈਏ। ਉਹਦੀ ਆਵਾਜ਼ ਨੂੰ ਬਾਰ-ਬਾਰ ਸੁਣੋ ਤੇ ਜਦੋਂ ਤੁਸੀਂ ਉਹਦੀ ਆਵਾਜ਼ ਨੂੰ ਬਾਰ-ਬਾਰ ਸੁਣਦੇ ਰਹੋਗੇ ਤੇ ਫਿਰ ਤੁਸੀਂ ਉਹਦੀ ਆਵਾਜ਼ ਨੂੰ ਪਹਿਚਾਨਣ ਲੱਗੋਗੇ। ਤੇ ਉਹਦੀ ਆਵਾਜ਼ ਨੂੰ ਬਾਰ-ਬਾਰ ਸੁਣਨ ਦੇ ਯੋਗ ਕੌਣ ਬਣਾਏਗਾ? ਵਿਸ਼ਵਾਸ। ਮਾਦਾ ਦਿੰਦਾ ਆ, ਵਿਸ਼ਵਾਸ ਸਾਨੂੰ ਸੁਣਨ ਦੇ ਕੰਨ ਦਿੰਦਾ ਆ। ਵਿਸ਼ਵਾਸ ਤੋਂ ਬਿਨਾਂ ਅਸੀਂ ਪਰਮੇਸ਼ਰ ਦੀ ਕੀ ਨਹੀਂ ਕਰ ਸਕਦੇ? ਸੁਣ ਵੀ ਨਹੀਂ ਸਕਦੇ। ਵਿਸ਼ਾ ਸਾਡਾ ਕਿ ਜਦੋਂ ਇੱਕ ਵਿਸ਼ਵਾਸੀ ਵਿਸ਼ਵਾਸ ਕਰਦਾ ਆ ਤੇ ਉਹਦੇ ਜੀਵਨ 'ਚ ਕੀ ਹੁੰਦਾ ਆ ਜਾਂ ਕੀ ਗੁਣ ਉਹਦੇ ਜੀਵਨ 'ਚ ਆ ਜਾਂਦੇ। ਸਭ ਤੋਂ ਪਹਿਲਾਂ ਉਹਦੇ ਜੀਵਨ 'ਚ ਗੁਣ ਆਉਂਦਾ ਆ, ਉਹਦੇ ਪੈਰ ਪੱਕੇ ਹੋ ਜਾਂਦੇ ਨੇ, ਉਹ ਦ੍ਰਿੜ ਹੋ ਜਾਂਦਾ, ਦਲਦਲ 'ਚੋਂ ਨਿਕਲ ਕੇ ਕਿੱਥੇ ਆ ਜਾਂਦਾ ਆ? ਚਟਾਨ ਦੇ ਉੱਪਰ। ਦੂਸਰਾ, ਜਦੋਂ ਉਹ ਵਿਸ਼ਵਾਸ ਕਰਦਾ ਆ ਉਹਦੀਆਂ ਨਜ਼ਰਾਂ ਤੇਜ਼ ਹੋ ਜਾਂਦੀਆਂ ਨੇ। ਉਹ ਯਿਸੂ ਮਸੀਹ ਦੀ ਵੱਲ ਵੇਖਣ ਲੱਗ ਪੈਂਦਾ ਆ, ਉਹ ਯਿਸੂ ਮਸੀਹ ਦੀ ਵੱਲ ਤੱਕਣ ਲੱਗ ਪੈਂਦਾ। ਹਰ ਮੁਸ਼ਕਲ, ਹਰ ਪਰੇਸ਼ਾਨੀ 'ਚ ਇਨਸਾਨਾਂ ਦੇ ਵੱਲ ਨਹੀਂ, ਕਿੱਧਰ? ਯਿਸੂ ਮਸੀਹ ਦੇ ਵੱਲ। ਔਰ ਤੀਸਰਾ, ਉਹਦੇ ਜੀਵਨ 'ਚ ਕੀ ਕੰਮ ਹੁੰਦਾ? ਉਹਨੂੰ ਪਰਮੇਸ਼ਰ ਦੀ ਆਵਾਜ਼ ਸਮਝ ਆਉਂਦੀ ਆ। ਉਹਨੂੰ ਸੁਣਨ ਵਾਲੇ ਵਿਸ਼ਵਾਸ, ਉਹਨੂੰ ਸੁਣਨ ਵਾਲੇ ਕੰਨ ਪ੍ਰਦਾਨ ਕਰਦਾ ਆ। ਵਿਸ਼ਵਾਸ ਦੇ ਦੁਆਰਾ ਉਹ ਪਰਮੇਸ਼ਰ ਦੀ ਆਵਾਜ਼ ਨੂੰ ਪਹਿਚਾਣ ਵੀ ਸਕਦਾ ਆ। ਇਹ ਆ ਵਿਸ਼ਵਾਸ ਕਰਨ ਦੇ ਗੁਣ। ਕਿ ਅੱਜ ਤੁਸੀਂ ਵਿਸ਼ਵਾਸ ਲੈ ਕੇ ਆਏ ਹੋ ਪ੍ਰਭੂ ਯਿਸੂ ਮਸੀਹ ਤੇ? ਤੁਹਾਡਾ ਕੈਸਾ ਵਿਸ਼ਵਾਸ ਹੈ? ਜੇ ਤੁਹਾਡਾ ਵਿਸ਼ਵਾਸ ਗੁਣਕਾਰੀ ਨਹੀਂ ਹੋ ਰਿਹਾ, ਜੇ ਤੁਹਾਡੇ ਵਿਸ਼ਵਾਸ ਦੇ ਦੁਆਰਾ ਤੁਹਾਨੂੰ ਇਹ ਕੰਮ, ਇਹ ਗੱਲਾਂ ਸਮਝ, ਤੁਹਾਡੇ ਪੈਰ ਹਜੇ ਤੱਕ ਦ੍ਰਿੜ ਨਹੀਂ ਆ, ਤੁਹਾਡੀਆਂ ਨਜ਼ਰਾਂ ਤੇਜ਼ ਨਹੀਂ ਆ, ਨਜ਼ਰਾਂ ਤੇਜ਼ ਕਹਿਣ ਤੋਂ ਬਾਅਦ ਤੁਸੀਂ ਪ੍ਰਭੂ ਯਿਸੂ ਮਸੀਹ ਵੱਲ ਹਜੇ ਤੱਕ ਨਹੀਂ ਤੱਕ ਰਹੇ, ਤੇ ਤੁਹਾਡੇ ਸੁਣਨ ਵਾਲੇ ਕੀ ਨਹੀਂ ਆ? ਹਜੇ ਤੱਕ ਤੁਹਾਨੂੰ ਸੁਣਨ ਵਾਲੇ ਕੰਨ ਨਹੀਂ ਮਿਲੇ, ਪਰਮੇਸ਼ਰ ਦੀ ਆਵਾਜ਼ ਪਹਿਚਾਨਣ ਦੇ ਯੋਗ ਨਹੀਂ ਤੁਸੀਂ ਹੋਏ, ਤੇ ਹਜੇ ਤੱਕ ਇਹਦਾ ਮਤਲਬ ਤੁਸੀਂ ਵਿਸ਼ਵਾਸ ਲੈ ਕੇ ਹੀ ਨਹੀਂ ਆਏ। ਉਹ ਵਿਸ਼ਵਾਸ ਹੀ ਨਹੀਂ ਆ। ਮੇਰੇ ਪਿਆਰਿਓ, ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ ਤੁਹਾਡੇ ਜੀਵਨ 'ਚ ਕੁਝ ਹੁੰਦਾ ਆ। ਵਿਸ਼ਵਾਸ ਤੁਸੀਂ ਕਿਹਦੇ ਤੇ ਕਰ ਰਹੇ ਹੋ? ਤੁਸੀਂ ਉਹਦੇ ਤੇ ਵਿਸ਼ਵਾਸ ਕਰ ਰਹੇ ਹੋ ਜਿਹਨੇ ਇਸ ਧਰਤੀ, ਇਸ ਆਕਾਸ਼ ਨੂੰ ਬਣਾਇਆ। ਤੁਸੀਂ ਸਰਵ ਸ਼ਕਤੀਮਾਨ, ਸਰਵ ਗਿਆਨੀ, ਸੈਨਾ ਦੇ ਯਹੋਵਾ ਪਰਮੇਸ਼ਰ ਤੇ ਕੀ ਕਰ ਰਹੇ ਹੋ? ਤੁਸੀਂ ਵਿਸ਼ਵਾਸ ਕਰ ਰਹੇ ਹੋ। ਇਸ ਕਰਕੇ ਆਪਣੇ ਵਿਸ਼ਵਾਸ ਨੂੰ ਵਧਾਓ, ਆਪਣੇ ਈਮਾਨ ਨੂੰ ਪੱਕਿਆਂ ਕਰੋ। ਜਦੋਂ ਤੁਸੀਂ ਵਿਸ਼ਵਾਸ ਤੇ ਖੜੇ ਰਹੋਗੇ, ਜਦੋਂ ਤੁਸੀਂ ਵਿਸ਼ਵਾਸ ਕਰਦੇ ਜਾਓਗੇ, ਜਦੋਂ ਤੁਸੀਂ ਵਿਸ਼ਵਾਸ ਤੇ ਚੱਲਦੇ ਜਾਓਗੇ, ਤੁਹਾਡੇ ਪੈਰ ਦ੍ਰਿੜ ਹੋ ਜਾਣਗੇ, ਤੁਹਾਡੇ ਕੰਨ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਦੇ ਅਭਿਅਸਤ ਹੋ ਜਾਣਗੇ, ਤੁਹਾਡੀਆਂ ਨਜ਼ਰਾਂ, ਤੁਹਾਡੀਆਂ ਅੱਖਾਂ ਹਮੇਸ਼ਾ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਨੂੰ ਕੀ ਕਰਦੀਆਂ ਰਹਿਣਗੀਆਂ? ਤੱਕਦੀਆਂ ਰਹਿਣਗੀਆਂ। ਅੱਗੇ ਪੜ੍ਹਦੇ ਹਾਂ ਜੀ। ਨੰਬਰ 4, ਰਸੂਲਾਂ ਦੇ ਕਰਤੱਵ 11:23। ਰਸੂਲਾਂ ਦੇ ਕਰਤੱਵ 11 ਬਾਬ ਉਹਦਾ 23 ਵਚਨ। ਸੋ ਜਾਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ਰ ਦੀ ਕਿਰਪਾ ਵੇਖੀ ਤਾਂ ਆਨੰਦ ਹੋਇਆ ਔਰ ਉਹਨਾਂ ਸਭਨਾਂ ਨੂੰ ਉਪਦੇਸ਼ ਦਿੱਤਾ। ਕਹਿੰਦਾ ਜਦੋਂ ਉੱਥੇ ਪਹੁੰਚਿਆ ਤੇ ਪਰਮੇਸ਼ਰ ਦੀ ਜਦੋਂ ਕਿਰਪਾ ਵੇਖੀ ਤੇ ਆਨੰਦ ਹੋਇਆ ਤੇ ਉਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ। ਭਈ ਦਿਲ ਦੀ ਤਕੜਾਈ ਨਾਲ ਪ੍ਰਭੂ ਵੱਲ ਲੱਗੇ ਰਹੋ। ਦਿਲ ਦੀ ਤਕੜਾਈ ਦੇ ਨਾਲ ਪ੍ਰਭੂ ਵੱਲ ਕੀ ਕਰੋ? ਲੱਗੇ ਰਹੋ। ਹੁਣ ਦਿਲ ਸਾਡਾ ਤਕੜਾ ਕਿਸ ਤਰ੍ਹਾਂ ਹੋਵੇਗਾ? ਜਿਸ ਤਰ੍ਹਾਂ ਇਹ ਪਰਮੇਸ਼ਰ ਦਾ ਜਨ ਪਲੂਸ ਲਿਖ ਰਿਹਾ, ਕਿਸ ਤਰ੍ਹਾਂ? ਦਿਲ ਦੀ ਤਕੜਾਈ ਦੇ ਨਾਲ। ਦਿਲ ਦੀ ਤਕੜਾਈ ਦੇ ਨਾਲ ਪ੍ਰਭੂ ਵੱਲ ਕੀ ਕਰੋ? ਲੱਗੇ ਰਹੋ ਜਾਂ ਤੱਕਦੇ ਰਹੋ। ਹੁਣ ਸਾਡਾ ਦਿਲ
ਕਿਸ ਤਰ੍ਹਾਂ ਤਕੜਾ ਹੋਵੇਗਾ। ਜਿਸ ਤਰ੍ਹਾਂ ਅਸੀਂ ਪੜ੍ਹ ਰਹੇ ਹਾਂ, ਪੈਰਾਂ ਨੂੰ ਮਜ਼ਬੂਤ ਕਰ ਦਿੱਤਾ, ਸਾਡੀ ਨਜ਼ਰਾਂ ਨੂੰ ਪਰਮੇਸ਼ਰ ਨੂੰ ਵੇਖਣ ਯੋਗ ਬਣਾਤਾ, ਸਾਡੇ ਕੰਨਾਂ ਨੂੰ ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਅਭਿਅਸਤ ਕਰਤਾ। ਚੌਥੀ ਗੱਲ ਵਿਸ਼ਵਾਸ ਕੀ ਕਰਦਾ? ਸਾਡੇ ਦਿਲ ਨੂੰ ਮਜ਼ਬੂਤ ਕਰਦਾ ਆ। ਕਿਉਂਕਿ ਦਿਲ ਦੇ ਬਾਰੇ ਕੀ ਲਿਖਿਆ ਬਾਈਬਲ ਦੇ ਵਿੱਚ? ਕਹਿੰਦਾ ਦਿਲ ਕੀ ਆ? ਨੰਬਰ 1, ਦਿਲ ਪੁੱਜ ਕੇ ਖਰਾਬ ਆ। ਨੰਬਰ 2, ਦਿਲ ਧੋਖੇਬਾਜ਼ ਆ। ਜੇਕਰ ਤੁਹਾਡਾ ਦਿਲ ਹਜੇ ਵੀ ਖਰਾਬ ਆ ਨਾ, ਜਾਂ ਤੁਹਾਡਾ ਦਿਲ ਹਜੇ ਵੀ ਧੋਖਾ ਤੁਹਾਨੂੰ ਦਿੰਦਾ ਆ, ਤਾਂ ਤੁਸੀਂ ਅਜੇ ਪੂਰਾ ਵਿਸ਼ਵਾਸ ਲੈ ਕੇ ਨਹੀਂ ਆਏ। ਜਿੱਦਣ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੋਗੇ ਨਾ, ਜਿੱਦਣ ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓਗੇ, ਤੁਹਾਡਾ ਦਿਲ ਜਿਹੜਾ ਬੇਈਮਾਨ ਆ ਨਾ, ਉਹ ਦਿਲ ਵਫਾਦਾਰ ਹੋ ਜਾਵੇਗਾ। ਤੁਹਾਡਾ ਦਿਲ ਜਿਹੜਾ ਖਰਾਬ ਆ ਨਾ, ਉਹ ਅੱਛਾ ਹੋ ਜਾਵੇਗਾ। ਤੁਹਾਡਾ ਦਿਲ ਜਿਹੜਾ ਪੱਥਰ ਦਾ ਨਾ, ਉਹ ਮਾਸ ਦਾ ਹੋ ਜਾਵੇਗਾ। ਇਹ ਕਿਸ ਤਰ੍ਹਾਂ ਬਣੇਗਾ? ਪੱਥਰ ਦੇ ਦਿਲ ਮਾਸ ਦੇ ਕਿਸ ਤਰ੍ਹਾਂ ਬਣਨਗੇ? ਖਰਾਬ ਦਿਲ ਸਹੀ ਕਿਸ ਤਰ੍ਹਾਂ ਹੋਏਗਾ? ਬੇਈਮਾਨ ਦਿਲ ਵਿਸ਼ਵਾਸੀ ਕਿਸ ਤਰ੍ਹਾਂ ਹੋਵੇਗਾ? ਜਦੋਂ ਅਸੀਂ ਯਿਸੂ ਮਸੀਹ ਤੇ ਵਿਸ਼ਵਾਸ ਲੈ ਕੇ ਆਵਾਂਗੇ। ਮੇਰੇ ਪਿਆਰੋ, ਵਿਸ਼ਵਾਸ ਐਵੇਂ ਨਹੀਂ ਪਰਮੇਸ਼ਰ ਕਹਿੰਦਾ ਤੁਸੀਂ ਵਿਸ਼ਵਾਸ ਕਰੋ। ਉਹ ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ, ਇਸ ਵਿਸ਼ਵਾਸ ਦੇ ਦੁਆਰਾ ਤੁਹਾਨੂੰ ਕੁਝ ਦੇਣਾ ਚਾਹੁੰਦਾ ਆ। ਤੁਹਾਡੀਆਂ ਅੱਖਾਂ ਨੂੰ ਕੁਝ ਦਿੰਦਾ, ਤੁਹਾਡੇ ਪੈਰਾਂ ਨੂੰ ਦ੍ਰਿੜ ਕਰਦਾ, ਤੁਹਾਡੇ ਕੰਨਾਂ ਨੂੰ ਸੁਣਨ ਯੋਗ ਬਣਾਉਂਦਾ, ਔਰ ਤੁਹਾਡੇ ਦਿਲ ਨੂੰ ਕੀ ਕਰਦਾ ਹੈ? ਉਹ ਮਜ਼ਬੂਤ ਕਰਦਾ। ਦੁਬਾਰਾ ਪੜ੍ਹੀਏ ਇੱਕ ਵਾਰ। ਸੋ ਜਾਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ਵਰ ਦੀ ਕਿਰਪਾ ਵੇਖੀ ਤਾਂ ਆਨੰਦ ਹੋਇਆ। ਔਰ ਉਹਨਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ। ਪਰਮੇਸ਼ਰ ਸਾਡਾ ਦਿਲ ਹੀ ਤੇ ਚਾਹੁੰਦਾ ਆ। ਤਾਂ ਤੇ ਕਿੰਨੀ ਵਾਰ ਬਾਈਬਲ 'ਚ ਪਰਮੇਸ਼ਰ ਦਾ ਵਚਨ ਦੱਸਦਾ, ਕਹਿੰਦਾ ਤੁਸੀਂ ਆਪਣੇ ਮੂੰਹ ਤੋਂ ਮੈਨੂੰ ਹੇ ਪ੍ਰਭੂ ਕੀ ਕਰਦੇ ਹੋ, ਪਰ ਤੁਹਾਡੇ ਦਿਲ ਮੇਰੇ ਤੋਂ ਕੀ ਆ? ਉਹ ਸਾਡਾ ਦਿਲ ਚਾਹੁੰਦਾ, ਉਹ ਸਾਡਾ ਬਦਲਿਆ ਦਿਲ ਚਾਹੁੰਦਾ। ਇਹ ਕਿਸ ਤਰ੍ਹਾਂ ਸੰਭਵ ਆ? ਜੇ ਅੱਜ ਵੀ ਤੁਹਾਡਾ ਦਿਲ ਤੁਹਾਨੂੰ ਧੋਖਾ ਦੇ ਰਿਹਾ, ਸ਼ੈਤਾਨ ਦੀ ਚਾਲ 'ਚ ਫਸ ਜਾਂਦਾ ਆ, ਅੱਜ ਵੀ ਤੁਹਾਡਾ ਦਿਲ ਖਰਾਬ ਆ, ਅੱਜ ਵੀ ਤੁਹਾਡਾ ਦਿਲ ਪੱਥਰ ਦਾ ਆ, ਇਹ ਸਭ ਦਾ ਇਲਾਜ ਆ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ। ਇਹ ਸਭ ਦੀ ਦਵਾਈ ਆ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ। ਕਿਉਂਕਿ ਦਿਲ ਹੀ ਮੇਨ ਚੀਜ਼ ਆ। ਆਪਣਾ ਦਿਲ ਜਦੋਂ ਅਸੀਂ ਉਹਨੂੰ ਦੇ ਦਿੱਤਾ, ਸਾਡੇ ਦਿਲ ਨੂੰ ਮਜ਼ਬੂਤ ਕਰ ਦੇਗਾ। ਤਾਂ ਹੀ ਕਹਿੰਦਾ, ਜਿਸ ਤਰ੍ਹਾਂ ਮੈਂ ਦਿਲ ਦੀ ਤਕੜਾਈ ਤੋਂ ਕੀ ਆ? ਯਿਸੂ ਮਸੀਹ ਦੇ ਵੱਲ ਲੱਗਾ ਆ, ਤੁਸੀਂ ਵੀ ਦਿਲ ਦੀ ਤਕੜਾਈ ਤੋਂ ਪਰਮੇਸ਼ਰ ਦੀ ਵੱਲ ਕੀ ਕਰਦੇ ਰਹੋ? ਇਹ ਵਿਸ਼ਵਾਸ ਤੁਹਾਡੇ ਦਿਲ ਨੂੰ ਤਕੜਿਆ ਕਰੇਗਾ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ, ਨੰਬਰ 5, ਇਬਰਾਨੀਆਂ 5 ਬਾਬ ਉਹਦਾ 14 ਵਚਨ। ਸਾਡੇ ਪੈਰਾਂ ਨੂੰ ਦ੍ਰਿੜ ਕੀਤਾ, ਸਾਡੀਆਂ ਨਜ਼ਰਾਂ ਨੂੰ ਯਿਸੂ ਮਸੀਹ ਦੇ ਵੱਲ ਲਾਉਣ ਦੇ ਲਈ ਖੋਲੀਆਂ। ਨੰਬਰ 3, ਸੁਣਨ ਵਾਲੇ ਸਾਨੂੰ ਕੀ ਦੇ ਰਿਹਾ? ਕਿ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ ਤੇ ਸਮਝੀਏ ਕਿਹੜੀ ਆਵਾਜ਼ ਹੈ ਪਰਮੇਸ਼ਰ ਦੀ। ਚੌਥਾ, ਸਾਡੇ ਦਿਲ ਨੂੰ ਕੀ ਕਰ ਰਿਹਾ ਹੈ? ਮਜ਼ਬੂਤ ਕਰ ਰਿਹਾ। 5ਵਾਂ ਪੜ੍ਹੀਏ ਜੀ, ਇਬਰਾਨੀਆਂ 5 ਬਾਬ ਉਹਦਾ 14 ਵਚਨ। ਪਰ ਅਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ। ਹਾਲੇਲੂਇਆ। ਹਾਲੇਲੂਇਆ। ਇੱਥੇ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਕਿ ਇਹ ਵਿਸ਼ਵਾਸ ਤੁਹਾਨੂੰ ਸਿਆਣਾ ਬਣਾਉਂਦਾ ਆ। ਤੇ ਸਿਆਣੇ ਕਿਦੋਂ ਬਣਦੇ ਆ? ਜਦੋਂ ਸਾਡਾ ਦਿਮਾਗ ਅੱਛੀ ਤਰ੍ਹਾਂ ਕੰਮ ਕਰਦਾ ਆ। ਸਾਡੇ ਪੈਰਾਂ ਲਈ ਇਹਨੇ ਕੁਝ ਕਰ ਦਿੱਤਾ, ਫਿਰ ਸਾਡੇ ਨਜ਼ਰਾਂ ਦੇ ਲਈ ਵੀ ਇਹਨੇ ਕੁਝ ਕੀਤਾ ਆ, ਸਾਡੇ ਦਿਲ ਦੇ ਲਈ ਵੀ ਇਹਨੇ ਕੁਝ ਕੀਤਾ ਆ, ਸਾਡੇ ਕੰਨਾਂ ਦੇ ਲਈ ਵੀ ਕੀ ਕੀਤਾ ਆ? ਹੁਣ ਸਾਡੇ ਦਿਮਾਗ ਲਈ ਕਰਦਾ ਹੈ। ਸਾਡੀਆਂ ਗਿਆਨ ਇੰਦਰੀਆਂ ਨੂੰ ਕੀ ਕਰਦਾ ਆ? ਤੇਜ਼ ਕਰਦਾ। ਪੜ੍ਹੀਏ ਦੁਬਾਰਾ। ਪਰ ਅਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ। हिंदी च पढ़ दे जरा। पर अनसियानों के लिए है, जिनकी ज्ञान इंद्रियां अभ्यास करते भले बुरे में भेद करने में निपुण हो गई है। ਉਹਨਾਂ ਦੀ ਗਿਆਨ ਇੰਦਰੀਆਂ ਭਲੇ ਬੁਰੇ ਚ ਭੇਦ ਕਰਨ ਦੀ ਕੀ ਹੋ ਗਈਆਂ ਨੇ? ਨਿਪੁੰਨ ਹੋ ਗਈਆਂ। ਜੇਕਰ ਅੱਜ ਤੁਸੀਂ ਤੁਹਾਡੇ ਜੀਵਨ ਚ ਹੋਣ ਵਾਲੀ ਕੋਈ ਵੀ ਘਟਨਾ ਚ ਤੁਸੀਂ ਫਰਕ ਨਹੀਂ ਨਾ ਕਰਕੇ ਦੇਖ ਸਕਦੇ ਕਿ ਇਹ ਕਿਉਂ ਹੋ ਰਿਹਾ, ਇਹ ਮੇਰੇ ਭਲੇ ਦੇ ਲਈ ਹੈ ਜਾਂ ਬੁਰੇ ਦੇ ਲਈ ਹੈ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਕੋਈ ਵੀ ਘਟਨਾ ਦੇ ਬਾਰੇ, ਹਰ ਘਟਨਾ ਦੇ ਬਾਰੇ ਪਰਮੇਸ਼ਰ ਦਾ ਵਚਨ ਇਹੀ ਕਹਿੰਦਾ, ਮੇਰੇ ਧਰਮੀ ਜਨ ਦੇ ਲਈ ਕੁਝ ਬੁਰਾ ਹੋ ਹੀ ਨਹੀਂ ਸਕਦਾ। ਚਾਹੇ ਦੁਨੀਆ ਉਹਨੂੰ ਜਿੰਨਾ ਮਰਜ਼ੀ ਸੋਚੇ ਬਹੁਤ ਬੁਰਾ ਹੋ ਗਿਆ,
बहुत ही कष्ट वाला हो गया काम, पर धर्मी ਦੀ ਕੀ नहीं ਹੁੰਦਾ। ਤੁਸੀਂ एक विश्वासी ਅੱਜ जो सुन रहे हो ਤੁਸੀਂ, एक मैं ਤੁਹਾਡੇ ਕੋਲ एक पर्सनल सवाल ਪੁੱਛਦਾ। दुनिया ਦੇ ਲਈ कोरोना वायरस और लॉकडाउन बुरा ਸੀ, ਤੁਸੀਂ ਦੱਸੋ ਤੁਹਾਡੇ ਲਈ कैसा रहा? बेशक चर्च नहीं लगे, बेशक आराधना सभा नहीं हुई, पर परमेश्वर ने अपना वचन बहुतायत दे नाल अंडेलिया। वचन की कोई भी कमी उन्हें आउण नहीं दी। तो की होया फिर? ये बुरा होया या चंगा होया? हालेलुया। इस कारण जो तुहाडियां ज्ञान इंद्रियां इस भले बुरे नूं समझण दे योग हो जाणगियां ना, ते तुसीं किसी भी निक्की मोटी परेशानी तो डरोगे नहीं। तुसी किसी भी ऐसी बीमारी तो या तुहाडे जीवन च कोई घटना है कि तुसी डर, तुहानूं पता ये सब मेरे भले दे लई होवेगा, क्योंकि तुहाडीआं ज्ञान इंद्रियां की हो चुकियां ने, हुण सादियां गईयां, शार्प हो गईयां ने, तेज हो गईयां ने। इहनूं इंग्लिश पढ़ के दसोगे? इब्रानियां 5:14। But strong meat belong to them, they are of full age, even those who by reason of use have to discern both good and evil. सेंस एक्सरसाइज कि वो गुड और ईवल दे विच की कर सके। ये किस तरह होएगी? तुहाडियां ज्ञान इंद्रियां किस तरह साधियां जाणगे जदों तुसीं विश्वास नाल परमेश्वर दे अगे बैठोगे, जो तुसीं विश्वास करदे परमेश्वर दे नाल गल्लां करोगे, जो तुसीं विश्वास नाल परमेश्वर दे अगे प्रार्थना करोगे, ये विश्वास तुहाडियां ज्ञान इंद्रियां नूं की कर देगा? तेज कर देगा। ये विश्वास तुहाडियां ज्ञान इंद्रियां नूं साथ देगा, तुहानूं सब कुछ समझ आ जाएगी। शैतान ने एक हवा दे सामने एक झूठा फरेब रखा कि इनू खाण दे नाल तुहानूं, ये फल नूं खाण दे नाल की तुहानूं आ जाएगी? बुद्ध आ जाएगी। तुसीं भले बुरे दी की हो जाओगे? जल्दबाजी करके परमेश्वर दी आग्या तो बिना भले बुरे दी की कीती? सियाण कीती ते ऐसे पागल बन गए कि उन्होंने समझ नहीं लगी कि भला आ कि की है। परमेश्वर विश्वास दे नाल, परमेश्वर ईमान दे नाल, परमेश्वर निहचा दे नाल साडे दिमाग नूं, साडियां ज्ञान इंद्रियां नूं साधना चाहुंदा सी, अनाग्याकारी दे नाल नहीं। परमेश्वर ने एक सिस्टम सानू दिता, तुसी विश्वास करो। ये विश्वास तुहाडियां ज्ञान इंद्रियां नूं की करेगा? तेज करेगा। तुहानूं परमेश्वर दी योजना तुहाडे जीवन च साफ साफ नजर आएगी। तुहानूं परमेश्वर दे काम तुहाडे जीवन च साफ साफ नजर आउणगे। तुहानूं परमेश्वर दीयां गल्लां तुहाडे जीवन च समझ आउणगीਆਂ, और परमेश्वर दी योजना पूरी दी पूरी आद तो लैके अंत तक, शुरू तो लैके आखिर तक जो भी तुहाडे जीवन दे लई आ तुहानूं समझ आवेगी। इस योग तुहानूं कौन बनाएगा? परमेश्वर ते कीता गया विश्वास। ये विश्वास तुहाडे पैरां नूं दृढ़ करदा, ये विश्वास तुहाडीआं नज़रां नूं तेज करदा, तुहाडी नज़रां नूं फोकस करदा यीशु मसीह दे वल। ये तुहाडे कन्नां नूं की करदा है? परमेश्वर दी आवाज़ सुणन दे अभ्यस्त जां आदी बनाउंदा। तुहाडे दिल नूं की करदा है? तो तुहाडे दिमाग नूं भले बुरे दी सियाण वाला की करदा है? बनाउंदा है। अगे पढ़दे हां जी, नंबर 6 यशाया 12 बाप दा 2 वचन। यशाया 12 बाप 2 वचन। ਵੇਖੋ ਪਰਮੇਸ਼ਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ और मेरा गीत यशाया या यहोवा है। मेरा गीत नहीं, पढ़ो दोबारा पढ़ो। ਵੇਖੋ ਪਰਮੇਸ਼ਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ और मेरा गीत या यहोवा है। ਉਹ ਮੇਰੀ ਮੁਕਤੀ ਹੈ। ਉਹ ਕੀ ਹੈ? ਮੇਰੀ ਮੁਕਤੀ ਹੈ। ਹੁਣ ਪੜੋ, हिंदी च पढ़ दियो। मेरा परमेश्वर मेरा उद्धार है, मैं भरोसा रखूंगा और ना थराऊंगा, क्योंकि प्रभु यहोवा मेरा बल और मेरे भजन का विषय है, और वह मेरा उद्धार करता हो गया है। हालेलुया, हालेलुया। इस वचन च असीं 4 चीज़ां वेखदे हां। ये 4 काम एक पक्के समर्पण नूं दसदे ने। पहला असीं देखिया साडे पैरां दे लई उहने कुछ कीता,
फिर इस देखिया साडी नज़रां नूं फोकस कीता, फिर देखिया साडे कन्नां नूं की कीता, उन्हें परमेश्वर की आवाज़ सुनने के लिए अभ्यस्त किया। फिर साडे दिल नूं की कीता, साडे दिमाग का भी संतुलन उन्हें की कीता। ये विश्वास तुहाडे पैरां तो लैके दिमाग तक, अखां कन्नां नूं पूरा पूरा सही कर देगा। ते हुण एक विश्वास का काम किहड़ा आ कि इस विश्वास के द्वारा असी पक्का समर्पण करते हैं। ये विश्वास ही सानू पक्का समर्पण करने के लिए की करदा आ, दिंदा आ। हुण इह पक्का समर्पण की है? सब तो पहला वो कहंदा यहोवा मेरी की आ? मुक्ति है। 4 काम ने जिथे कहंदा मैं करांगा, समर्पण दे नाल कहंदा मैं करांगा। पढ़िए जरा। वेखो यहोवा मेरी मुक्ति है, हाँ, मैं आस रखांगा। सब तो पहला मैं की कहंदा की रखांगा? मैं आस रखांगा। ये आस का समर्पण है। अज तो बाद परमेश्वर मैं किहदे ते आस रखांगा? तेरे ते। इस गल नूं दृढ़, इस गल नूं मजबूत कौन बनाएगा? परमेश्वर ते कीता गया विश्वास। कहंदा हुण मैं तेरे ते आस रखांगा। दूसरा नंबर, हाँ, अते ना डरांगा। हुण कहंदा मैं कदी की नहीं करांगा? डरांगा भी नहीं। परमेश्वर ते आस रखण योग ते जिंदगी च डर ना आउण योग तुहानूं कौन बनाएगा? परमेश्वर दा कीता गया विश्वास। मैं डरांगा भी नहीं ते मैं की रखांगा? हुण तो आस रखांगा। हाँ, नंबर 4, नंबर 3, क्यों जो मेरा बल और मेरा गीत, क्यों जो तू हुण मेरा की आ? बालिया। हाँ, अते मेरा गीत, अते मेरा की आ? हाँ जी, अते मेरा गीत या यहोवा है। हाँ, अते ओहो मेरी मुक्ति है। अते ओह मेरी की आ? मुक्ति। नंबर 4, नंबर 3 कहंदा तू हुण मेरा बालिया। नंबर 4 की कहंदा हुण तू मेरी की आ? मुक्ति आ। इन्हां 4 चीज़ां दा समर्पण जिस तरह परमेश्वर दा दास यशाया इस जगह ते लिख रहा है, साडे जीवन च भी इसे तरह का पक्का समर्पण। ते ये पक्का समर्पण कौन करदा आ, कौन बनाउंदा आ? साडा विश्वास प्रभु यीशु मसीह ते जदों असीं करदे आ। हिंदी च पढ़ो जरा इनू। परमेश्वर मेरा उद्धार है, हाँ, मैं भरोसा रखूंगा और ना थरथराऊंगा। कहंदा मैं की रखांगा? भरोसा रखांगा। हाँ, और ना थरथराऊंगा, और मैं थरथरावांगा नहीं। हाँ, क्योंकि प्रभु यहोवा मेरा बल है, प्रभु यहोवा मेरा बल है और मेरे भजन का विषय है, और मेरे गीतां दा की आओ विषय है। हाँ, और वह मेरा उद्धार करता हो और गया है। वो मेरा की हो गया आ? उद्धार करता हो। कि ये समर्पण अज तुसी करोगे कि अज तो बाद मैं उहदे ते आस रखांगा, अज तो बाद मैं डरांगा नहीं, मेरा बल मेरी ढाल यहोवा आ और ओह मेरी की आ? मुक्ति आ। ये पक्का विश्वास, इस तरह का पक्का विश्वास करने दे योग सानू कौन बनाउंदा आ? प्रभु यीशु मसीह ते कीता गया विश्वास। ये समर्पण करो अज। मैं उहदे ते भरोसा रखांगा, मैं डरांगा नहीं, वो मेरा बल आ ते ओह मेरी की आ? मुक्ति आ, ते ओह मेरे गीतां दा की आ? विषय। ये आओ गल्लां ਜਦੋਂ ਤੁਸੀਂ प्रभु यीशु मसीह ਤੇ विश्वास ਕਰਦੇ ਹੋ। ਜਦੋਂ ਇਹ 6 ਗੱਲਾਂ ਤੁਹਾਡੇ ਜੀਵਨ ਚ ਆ ਗਈਆਂ, ਤੁਹਾਡਾ ਜੀਵਨ ਬਦਲ ਗਿਆ ਕਿ ਨਹੀਂ? ਤੁਸੀਂ ਖੁਦ ਅਨੁਭਵ ਕਰੋਗੇ ਮੇਰਾ ਦਿਲ ਬਦਲ ਗਿਆ। ਕਿਸ ਤਰ੍ਹਾਂ? ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਜਦੋਂ ਆਪਣੇ ਪੈਰਾਂ ਵੱਲ ਦੇਖੋਗੇ ਨਾ, ਆਪਣੀ ਚਾਲ ਵੱਲ ਦੇਖੋਗੇ ਨਾ, ਹੁਣ ਤੁਸੀਂ ਡਗਮਗਾਉਂਦੇ ਨਹੀਂ, ਹੁਣ ਤੁਸੀਂ ਡਿੱਗਦੇ ਨਹੀਂ, ਹੁਣ ਤੁਸੀਂ ਠੋਕਰ ਨਹੀਂ ਖਾਂਦੇ, ਕਿਉਂਕਿ ਤੁਹਾਡੇ ਪੈਰ ਕੀ ਕਰ ਦਿੱਤੇ ਗਏ ਨੇ? ਮਜ਼ਬੂਤ। ये पैर विश्वास ने मजबूत किए। फिर जो तुसी अपना ध्यान वाल नज़र लाओगे, अपनी नज़र वाल तुसी वेखोगे, हुण तुहानूं सिर्फ यीशु मसीह ही नज़र आउंदा आ। हुण तुसी किहदे वाल तकदे हो? सिर्फ यीशु मसीह दे वाल ही। हुण दे वाल ही तुहाडी नज़र जांदी आ। फिर जो तुसी अपने सुनन वाली इस कन्न वाल जां कन्नां दी आदत वाल ध्यान लाओगे, हुण तुहानूं सिर्फ और सिर्फ किहदी आवाज़ सुनाई दिंदी है ते तुसी हुण उस आवाज़ च फर्क भी करदे हो। परमेश्वर की आवाज़ किहड़ी आ, इंसानां दी आवाज़, शैतान की आवाज़ किहड़ी आ, ते मेरी अपनी भावनावां की आवाज़ किहड़ी आ, तुसी इस च फर्क करदे हो। फिर अपने दिल वाल जदों तुसी झाती मारदे हो, तुहाडा दिल तुहानूं मजबूत हुंदा दिखाई दिंदा है।
ਤੁਹਾਡਾ ਦਿਲ ਤੁਹਾਨੂੰ ਬਦਲਿਆ ਦਿਖਾਈ ਦਿੰਦਾ। ਉਹ ਦਿਲ ਜਿਹੜਾ ਬੇਈਮਾਨ ਸੀ ਹੁਣ ਉਹ ਇਮਾਨਦਾਰ ਬਣ ਗਿਆ। ਉਹ ਦਿਲ ਜਿਹੜਾ ਪੁੱਜ ਕੇ ਖਰਾਬ ਸੀ ਹੁਣ ਉਹ ਵਫਾਦਾਰ ਬਣ ਗਿਆ। ਉਹ ਦਿਲ ਜਿਹੜਾ ਪੱਥਰ ਦਾ ਸੀ ਹੁਣ ਕਿਹਦਾ ਬਣ ਗਿਆ ਆ? ਮਾਸ ਦਾ ਬਣ ਗਿਆ। ਜਿਹੜਾ ਸਖਤ ਦਿਲ ਸੀ ਹੁਣ ਉਹ ਨਰਮ ਹੋ ਚੁੱਕਾ ਆ। ਫਿਰ ਜਦੋਂ ਤੁਸੀਂ ਆਪਣੇ ਦਿਮਾਗ ਵੱਲ, ਆਪਣੇ ਸਮਝ ਵੱਲ ਧਿਆਨ ਲਾਉਂਦੇ ਹੋ, ਪਹਿਲਾਂ ਤੁਸੀਂ ਹਰ ਇੱਕ ਪਰਿਸਥਿਤੀ ਤੋਂ ਘਬਰਾ ਜਾਂਦੇ ਸੀ, ਪਰ ਹੁਣ ਵਿਸ਼ਵਾਸ ਨੇ ਤੁਹਾਡੇ ਜੀਵਨ 'ਚ ਐਸਾ ਕੰਮ ਕੀਤਾ ਆ, ਤੁਸੀਂ ਭਲੇ ਬੁਰੇ ਦੀ ਸਿਆਣਕੀ ਕਰ ਰਹੇ ਹੋ। ਤੁਹਾਨੂੰ ਪਰਮੇਸ਼ਰ ਦੀ ਯੋਜਨਾ ਨਜ਼ਰ ਆ ਰਹੀ ਹੈ। ਤੁਹਾਡੀਆਂ ਗਿਆਨ ਇੰਦਰੀਆਂ ਨੂੰ ਕੀ ਕਰ ਦਿੱਤਾ? ਉਹਨੇ ਸਾਧ ਦਿੱਤਾ। ਗਿਆਨ ਇੰਦਰੀਆਂ ਨੂੰ ਤੇਜ਼ ਕਰ ਦਿੱਤਾ। ਤੇ ਫਿਰ ਜਦੋਂ ਹੁਣ ਤੁਸੀਂ ਇੱਕ ਸਮਰਪਣ ਨਾਲ ਵੱਧਦੇ ਹੋ, ਤੁਸੀਂ ਇਹ ਪੱਕਾ ਸਮਰਪਣ ਕਰ ਦਿਓ, ਮੈਂ ਨਹੀਂ ਡਰਾਂਗਾ, ਮੈਂ ਉਹਨੂੰ ਵਿਸ਼ਵਾਸ ਕਰਾਂਗਾ। ਉਹ ਮੇਰਾ ਬਾਲਿਆ ਤੇ ਉਹ ਮੇਰੀ ਮੁਕਤੀ ਵੀ ਆ। ਹਾਲੇਲੂਇਆ। परमेश्वर ਤੁਹਾਨੂੰ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਦੇ। तो आइए थोड़ी देर ਇਹਨਾਂ ਵਚਨਾਂ ਦੇ ਲਈ ਪ੍ਰਾਰਥਨਾ ਕਰੀਏ, ਆਪਣੇ ਵਿਸ਼ਵਾਸ ਨੂੰ ਵਧਾਈਏ। ਇਹ ਵਿਸ਼ਵਾਸ ਹੀ ਆ ਜਿਹੜਾ ਸਭ ਕੁਝ ਤੁਹਾਡੇ ਜੀਵਨ 'ਚ ਕਰਦਾ। हालेलुया, हालेलुया। धन्यवाद हो, धन्यवाद हो, धन्यवाद हो। राजाओं के राजा धन्यवाद, 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 धन्यवाद। तो आइए गीत गावांगे असी। मैं ना डरांगा, मैं विश्वास करांगा, यीशु दा सिपाही हाँ, मैं जरूर लड़ांगा। मैं ना डरांगा, विश्वास करांगा। मैं ना डरांगा, विश्वास करांगा। यीशु दा सिपाही हाँ, यीशु दा सिपाही हाँ, जरूर लड़ांगा। मैं ना डरांगा, विश्वास करांगा। मैं ना डरांगा, विश्वास करांगा। यीशु दा सिपाही हाँ, मैं यीशु दा सिपाही हाँ, जरूर लड़ांगा। मैं ना डरांगा, विश्वास करांगा। मैं ना डरांगा, विश्वास करांगा। जावे ते जान चली जावे, मेरा ईमान ना जावे। जावे ते जान चली जावे, मेरा ईमान ना जावे। जे कदे मौत भी आवे, यीशु दियां बाहां विच आवे। जे कदे मौत भी आवे, यीशु दियां बाहां विच आवे। यीशु मेरी जिंदगी, यीशु मेरी जिंदगी, कदे ना मरांगा। मैं ना डरांगा, विश्वास करांगा। मैं ना डरांगा, विश्वास करांगा। यीशु दा सिपाही हाँ, मैं यीशु दा सिपाही हाँ, जरूर। मैं ना डरांगा, विश्वास करांगा। मैं ना डरांगा, विश्वास करांगा। आरियां नाल जो चीरे गए, खरे ईमान दे योधे। आरियां नाल जो चीरे गए, खरे ईमान ये योधे। मौत नू जो ललकार गए, सदा यीशु दे